ਬੀਰ ਸਿੰਘ ਬਾਦਲ ਜੀ ਜਿਹੜੇ ਤੌਰ ਤਰੀਕੇ ਅਪਣਾ ਰਹੇ ਨੇ ਉਹ ਕੁਝ ਸਮੇਂ ਦੇ ਲਈ ਨੇ, ਉਹ ਲੰਬੇ ਸਮੇਂ ਤੱਕ ਨਹੀਂ ਜਾਣ ਵਾਲੇ। ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਸਭ ਤੋਂ ਵੱਡਾ ਜਿਹੜਾ ਡੈਂਟ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਪਿਆ ਜਦੋਂ ਬੇਅਦਬੀ ਕਾਂਡ ਵਾਪਰਿਆ। ਇੱਕ ਵਾਰੀ ਕਿਤੇ ਬੈਠ ਕੇ ਨਾ ਆਪਣੇ ਕਮਰੇ 'ਚ ਅੱਖਾਂ ਬੰਦ ਕਰਕੇ ਆਪਣੀ ਆਤਮਾ ਨੂੰ ਪੁੱਛਣ ਕਿ ਉਹ ਕੀ ਕਰ ਰਹੇ ਨੇ ਆਪਣੇ ਲੋਕਾਂ ਦੇ ਨਾਲ। ਉਹ ਆਪਣੇ ਲੋਕਾਂ ਨੂੰ ਆਰਾਮ ਦੇਣਾ ਚਾਹੁੰਦੇ ਨੇ ਜਾਂ ਉਹਨਾਂ ਤੋਂ ਰੋਟੀ ਪਾਣੀ ਸਾਰਾ ਕੁਝ ਖੋਣਾ ਚਾਹੁੰਦੇ ਨੇ। ਤਾਂ ਸਾਰਿਆਂ ਦੀ ਇੱਕ ਤਾਂ ਅੱਖ ਖੁੱਲ੍ਹ ਚੁੱਕੀ ਆ ਕਿ ਇਹਦੇ 'ਚ ਸਾਡਾ ਕੋਈ ਬੈਨੀਫਿਟ ਨਹੀਂ ਹੋ ਰਿਹਾ। ਇਹਦੇ ਵਿੱਚ ਉਹ ਕੀ ਕਰ ਰਹੇ ਨੇ, ਆਪਣੇ ਪਰਿਵਾਰ ਨੂੰ ਹੀ ਲੈ ਕੇ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵੱਲੋਂ ਅੱਜ ਇਸਤਰੀ ਯੂਥ ਵਿੰਗ ਦੀ ਪ੍ਰਧਾਨ ਬੀਬੀ ਮਹਿਕਪ੍ਰੀਤ ਕੌਰ ਨੂੰ ਬਣਾਇਆ ਗਿਆ। ਸਾਡੇ ਨਾਲ ਮਹਿਕਪ੍ਰੀਤ ਕੌਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮਹਿਕਪ੍ਰੀਤ ਜੀ, ਅੱਜ ਤੁਹਾਨੂੰ ਯੂਥ ਵਿੰਗ ਇਸਤਰੀ ਵਿੰਗ ਦੀ ਜਿਹੜੀ ਪ੍ਰਧਾਨ ਬਣਾਇਆ ਗਿਆ, ਸੁਖਦੇਵ ਸਿੰਘ ਢੀਂਡਸਾ ਹੋਣਾ ਨੇ ਅੱਜ ਐਲਾਨ ਕੀਤਾ ਹੈ। ਪੁਰਾਣੇ ਖਿਲਾੜੀ ਨੇ, ਪੁਰਾਣੇ ਲੀਡਰ ਨੇ। ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਮੋਢਿਆਂ ਦੇ ਉੱਪਰ ਵੱਡੀ ਜ਼ਿੰਮੇਵਾਰੀ ਅੱਜ ਸੌਂਪੀ ਗਈ ਹੈ? ਕਿਉਂਕਿ ਜੇਕਰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਦੇਖੀਏ ਤਾਂ ਜਿਹੜੀ ਇਹ ਪਾਰਟੀ ਹੈ ਇਸ ਦੀ ਹਾਲਤ ਉਨੀ ਮਜ਼ਬੂਤ ਨਹੀਂ ਹੈ ਜਿੰਨੀ ਬਾਕੀ ਪਾਰਟੀਆਂ ਦੀ ਹੈ। ਚਰਚਾ ਇਸ ਗੱਲ ਦੀ ਹੈ ਕਿ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹ ਪਾਰਟੀ ਮਜ਼ਬੂਤੀ ਦੇ ਨਾਲ ਉਤਰੇਗੀ। ਤੁਹਾਡੇ ਸਾਹਮਣੇ ਹੀ ਹੈ, ਮਜ਼ਬੂਤ ਨਹੀਂ ਹੈ, ਮਜ਼ਬੂਤ ਕਰ ਰਹੇ ਹਾਂ ਅਤੇ ਮਜ਼ਬੂਤ ਬਣ ਕੇ ਹੀ ਆਵੇਗੀ। ਅਤੇ ਜਿੱਥੇ ਗੱਲ ਇਲੈਕਸ਼ਨਾਂ ਦੀ ਹੈ, ਬਿਲਕੁਲ ਸਾਰੇ ਜਾਣੇ ਆਪਣੇ ਆਪਣੇ ਵਰਗ ਦੇ ਵਿੱਚ ਆਪਣੀ ਆਪਣੀ ਜਗ੍ਹਾ 'ਤੇ ਬਖੂਬੀ ਆਪਣਾ ਕੰਮ ਕਰ ਰਹੇ ਨੇ। ਜ਼ਰੂਰੀ ਨਹੀਂ ਹੁੰਦਾ, ਕੁਝ ਚੀਜ਼ਾਂ ਓਲੇ ਹੀ ਰਹਿ ਜਾਂਦੀਆਂ ਨੇ, ਕੁਝ ਚੀਜ਼ਾਂ ਮੂਹਰੇ ਆ ਜਾਂਦੀਆਂ ਨੇ। ਪਰ ਸਮੇਂ ਦੇ ਨਾਲ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਪਾਰਟੀ ਆ ਜ਼ਰੂਰ ਮੂਹਰੇ ਆਵੇਗੀ ਅਤੇ ਆਪਣਾ ਜ਼ਰੂਰ ਹਰ ਬੰਦਾ ਆਪਣਾ ਕਾਰਜਕ੍ਰਮ ਕਰਕੇ ਦਿਖਾਵੇਗਾ। ਮੇਰਾ ਤਾਂ ਇਹੀ ਕਹਿਣਾ ਹੈ ਕਿ ਹਰ ਕਿਸੇ ਨੂੰ ਅਗਰ ਬੀਇੰਗ ਅ ਯੂਥ ਮੈਂ ਮੂਹਰੇ ਆ ਕੇ ਇਹ ਚੀਜ਼ਾਂ ਕਰ ਸਕਦੀ ਹਾਂ ਤਾਂ ਹੋਰ ਸਾਰੇ ਤਾਂ ਮੇਰੇ ਨਾਲੋਂ ਬਹੁਤ ਹੀ ਜ਼ਿਆਦਾ ਹੋਣਹਾਰ ਪਰਸਨੈਲਿਟੀਜ਼ ਨੇ ਜਿਨ੍ਹਾਂ ਨੂੰ ਇੰਨਾ ਜ਼ਿਆਦਾ ਤਜਰਬਾ ਹੈ ਕਈ ਸਾਲਾਂ ਦਾ। ਤਾਂ ਜ਼ਰੂਰ ਅਸੀਂ ਪਾਰਟੀ ਨਾਲ ਗੱਲਬਾਤ ਕਰਕੇ, ਜਥੇਬੰਦੀਆਂ ਇਕੱਠੀਆਂ ਕਰਕੇ ਅਸੀਂ ਜ਼ਰੂਰ ਅੱਗੇ ਵਧਾਂਗੇ ਇਸ ਚੀਜ਼ ਨੂੰ। ਬਾਕੀ ਪਾਰਟੀਆਂ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਉਹ ਵੀ ਬਹੁਤ ਸਟਰੋਂਗ ਚੱਲ ਹੀ ਰਿਹਾ ਹੈ। ਆਮ ਆਦਮੀ ਪਾਰਟੀ ਵੀ ਹੈ, ਕਾਂਗਰਸ ਵੀ ਹੈ। ਅਗਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸੰਯੁਕਤ। ਹੁਣ ਇਸਤਰੀ ਵਿੰਗ ਦੇ ਤੁਸੀਂ ਪ੍ਰਧਾਨ ਬਣੇ ਹੋ, ਕੀ ਚੁਣੌਤੀਆਂ ਸਮਝਦੇ ਹੋ ਤੁਸੀਂ? ਤੁਹਾਡੇ ਯੂਥ ਵਿੰਗ ਦੇ ਤੁਹਾਡੇ ਸਾਹਮਣੇ ਕੀ ਚੁਣੌਤੀਆਂ ਤੁਹਾਨੂੰ ਮਹਿਸੂਸ ਹੁੰਦੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਏਗਾ? ਚੁਣੌਤੀਆਂ ਇਹ ਹੋਣਗੀਆਂ ਕਿ ਮੈਨੂੰ ਆਪਣੇ ਨਾਲ ਆਪਣੇ ਹਾਣਦਿਆਂ ਨੂੰ ਸਾਰਿਆਂ ਨੂੰ ਨਾ ਇਕੱਠਾ ਕਰਨਾ, ਉਹਨਾਂ ਦੇ ਨਾਲ ਜੋੜਨਾ। ਪਰ ਕਈ ਜਿਹੜੇ ਟਕਸਾਲੀ ਲੋਕ ਨੇ ਅੱਜ ਵੀ ਜਿਨ੍ਹਾਂ ਦੇ ਮਨ 'ਚ ਇਹ ਆ ਕਿ ਅਸੀਂ ਅਕਾਲੀ ਦਲ ਦੇ ਨਾਲ ਆਏ ਜਿਵੇਂ ਵੀ ਹੈਗੇ ਆ, ਪਰ ਉਹਨਾਂ ਨੂੰ ਇਹ ਮੂਹਰੇ ਲੈ ਕੇ ਆਉਣਾ ਕਿ ਨਹੀਂ, ਇਹ ਪਹਿਲਾਂ ਵਾਂਗੂ ਸਮਾਂ ਨਹੀਂ ਰਿਹਾ। ਇਹ ਪਹਿਲਾਂ ਇੱਕ ਸਮਾਂ ਹੁੰਦਾ ਸੀ ਅਕਾਲੀ ਨਾਮ ਸੁਣਦੇ ਹੀ ਲੋਕ ਜਾ ਕੇ ਵੋਟ ਪਾਏ ਆਉਂਦੇ ਸੀਗੇ। ਪਰ ਹੌਲੀ ਹੌਲੀ ਕੀ ਹੁੰਦਾ ਰਿਹਾ ਕਿ ਜਿਹੜੇ ਯੂਥ ਆ, ਸਪੈਸ਼ਲੀ ਜਿਹੜੇ ਮੇਰੇ ਏਜਮੇਟਸ ਆ, ਉਹਨਾਂ ਨੂੰ ਲੱਗਦਾ ਕਿ ਇਹ ਜਿਹੜੀ ਅਕਾਲੀ ਸਰਕਾਰ ਹੈ ਸਿਰਫ ਇੱਕ ਪਰਿਵਾਰ ਦੀ ਰਹਿ ਗਈ ਹੈ। ਜਦ ਕਿ ਹੁਣ ਸਾਰੀ ਚੀਜ਼ਾਂ ਸ਼ਿਫਟ ਹੋ ਰਹੀਆਂ ਨੇ ਕਿ ਨਹੀਂ, ਸ਼੍ਰੋਮਣੀ ਅਕਾਲੀ ਦਲ ਜੋ ਸੰਯੁਕਤ ਹੈ ਇਹ ਇੱਕ ਪਰਿਵਾਰ ਦੀ ਪਾਰਟੀ ਨਹੀਂ, ਇਹ ਸਾਰਿਆਂ ਦੀ ਪਾਰਟੀ ਹੈ। ਸੰਯੁਕਤ ਦਾ ਮੀਨਿੰਗ ਇਹੀ ਹੈ ਕਿ ਸਾਰੇ ਸਾਂਝੇ ਰਲ ਮਿਲ ਕੇ ਚੱਲਣ ਵਾਲੇ, ਅਤੇ ਇਹ ਸਾਨੂੰ ਰੋਟੀ ਦੇਣ ਵਾਲੇ, ਰੋਟੀ ਖੋਹਣ ਵਾਲੇ ਨਹੀਂ ਹੈਗੇ। ਇਹ ਸੋਚ ਕੇ ਲੋਕ ਜ਼ਰੂਰ ਵੋਟ ਪਾਉਣਗੇ, ਅੱਗੇ ਵੀ ਆਉਣਗੇ। ਚਾਹੇ ਸਾਡੇ ਕੋਲ ਸਮਾਂ ਥੋੜ੍ਹਾ ਰਹਿ ਗਿਆ ਲੇਕਿਨ ਅਸੀਂ ਜ਼ਰੂਰ ਇਹਦੇ 'ਤੇ ਕੰਮ ਕਰਾਂਗੇ। ਤੁਸੀਂ ਕੰਮ ਕਰਨ ਦੀ ਗੱਲ ਕਰ ਰਹੇ ਹੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਜੋੜਾਂਗੇ। ਜੇਕਰ ਚੁਣੌਤੀਆਂ ਦੀ ਗੱਲ ਕਰੀਏ, ਚੁਣੌਤੀਆਂ ਪੰਜਾਬ ਦੇ ਵਿੱਚ ਬਹੁਤ ਨੇ, ਮੁੱਦੇ ਬੜੇ ਨੇ। ਤੁਹਾਨੂੰ ਕੀ ਲੱਗਦਾ ਹੈ ਬਾਕੀ ਪਾਰਟੀਆਂ ਉਹਨਾਂ ਮੁੱਦਿਆਂ 'ਤੇ ਗੱਲ ਕਰ ਰਹੀਆਂ ਜਾਂ ਨਹੀਂ ਕਰ ਰਹੀਆਂ? ਤੁਹਾਡੀ ਪਾਰਟੀ ਕਿਹੜੇ ਮੁੱਦੇ 'ਤੇ ਜਿਹੜਾ ਚੋਣ ਲੜੇਗੀ? ਕਿਹੜੇ ਮੁੱਦੇ ਤੁਸੀਂ ਸਾਹਮਣੇ ਲਿਆਓਗੇ ਲੋਕਾਂ ਦੇ? ਦੇਖੋ ਜੀ, ਅੱਜ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਅੱਜ ਹੀ ਐਂਟਰੀ ਹੋਈ ਹੈ ਅਤੇ ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕਰਦੇ ਹੋ, ਕਿਤੇ ਨਾ ਕਿਤੇ ਸਾਰੇ ਇਹਨਾਂ ਮੁੱਦਿਆਂ 'ਤੇ ਪਿੱਛੇ ਗੱਲ ਚੱਲਦੀ ਪਈ ਹੈ। ਪਰ ਮੈਂ ਆਪਣੀ ਪਾਰਟੀ ਤੋਂ ਸਲਾਹ ਕਰੇ ਬਿਨਾਂ ਕੋਈ ਵੀ ਚੀਜ਼ ਇੱਦਾਂ ਅੱਗੇ ਨਹੀਂ ਲੈ ਕੇ ਆ ਸਕਦੀ। ਨੌਜਵਾਨ ਪੀੜ੍ਹੀ ਤੋਂ ਵੱਡੀਆਂ ਆਸਾਂ ਕੀਤੀਆਂ ਜਾਂਦੀਆਂ ਨੇ। ਤੁਸੀਂ ਨੌਜਵਾਨ ਹੋ, ਤੁਹਾਨੂੰ ਅੱਗੇ ਲਾਇਆ ਗਿਆ, ਵੱਡੀ ਆਸ ਹੈ ਤੁਹਾਡੇ ਤੋਂ ਇਸ ਪਾਰਟੀ ਨੂੰ ਵੀ। ਤੁਹਾਨੂੰ ਕੀ ਲੱਗਦਾ ਉਸ ਆਸ 'ਤੇ ਖਰੇ ਉਤਰੋਗੇ? ਬਿਲਕੁਲ ਉਤਰੂੰਗੀ, ਬਿਲਕੁਲ ਖੜੀ ਉਤਰੂੰਗੀ। ਇਹ ਹੋ ਸਕਦਾ ਕਿ ਮੈਨੂੰ ਦੇਖ ਕੇ ਕਈ ਲੋਕਾਂ ਦੇ ਵਿੱਚ ਆਸ ਆਏਗੀ ਕਿ ਨਹੀਂ, ਸਾਨੂੰ ਵੀ ਮੂਹਰੇ ਹੋਣਾ ਚਾਹੀਦਾ। ਬੀਇੰਗ ਅ ਗਰਲ ਅਗਰ ਮੈਂ ਇੱਥੇ ਆ ਕੇ ਜੁਆਇਨ ਕਰ ਸਕਦੀ ਹਾਂ ਜਾਂ ਮੈਂ ਤੁਹਾਡੇ ਸਾਹਮਣੇ ਵਾਰਤਾਲਾਪ ਕਰ ਸਕਦੀ ਹਾਂ ਤਾਂ ਕਿਉਂ ਨਹੀਂ, ਮੈਨੂੰ ਦੇਖਦੇ ਨੌਜਵਾਨ ਲੜਕੀਆਂ ਵੀ ਔਰ ਲੜਕੇ ਵੀ ਅੱਗੇ ਆਉਣਗੇ। ਆਪਣੀ ਬੈਕਗਰਾਊਂਡ ਵੀ ਦੱਸੋ ਪਹਿਲਾਂ। ਤੁਹਾਡੀ ਬੈਕਗਰਾਊਂਡ ਜਿਹੜੀ ਹੈ, ਕੋਈ ਰਾਜਨੀਤੀ ਦੇ ਨਾਲ ਸੰਬੰਧਿਤ ਰਹੇ ਹੋ ਤੁਸੀਂ? ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਰਿਹਾ ਹੈ? ਮੇਰੇ ਦਾਦਾ ਚਾਚਾ ਜੀ ਸਰਦਾਰ ਬਸੰਤ ਸਿੰਘ ਖਾਲਸਾ ਜੀ MP ਰਹਿ ਚੁੱਕੇ ਨੇ। ਮੈਂ ਉਹਨਾਂ ਦੀ ਪਰਿਵਾਰ 'ਚੋਂ ਹਾਂ ਅਤੇ ਮੇਰੇ ਫਾਦਰ ਸਾਹਿਬ MVI ਰਿਟਾਇਰਡ ਆਫਿਸਰ ਨੇ
ਐਂਡ ਮੇਰੀ ਪਿਛਲੀ ਰਾਜਨੀਤੀ ਤਾਂ ਕੋਈ ਨਹੀਂ ਹੈ, ਪਰ ਮੈਨੂੰ ਇਹਦੇ ਵਿੱਚ ਇੰਟਰਸਟ ਬਹੁਤ ਰਿਹਾ ਸ਼ੁਰੂ ਤੋਂ, ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜੀ ਰਹੀ ਹਾਂ, ਜਾਂ ਗੱਲਬਾਤ ਕਰਦੇ ਰਹੇ ਹਾਂ, ਜਾਂ ਦੇਖਦੇ ਰਹੇ ਹਾਂ ਕਿ ਘਰੇ ਵੀ ਛੋਟੀ ਮੋਟੀ ਮੀਟਿੰਗਸ ਹੁੰਦੀ ਰਹੀਆਂ ਇਹ ਆਪਣੇ ਰਾਜਨੀਤੀ ਨੂੰ ਲੈ ਕੇ। ਸੋ ਕਦੇ ਮੈਂ ਇਸ ਚੀਜ਼ ਤੋਂ ਡਿਸਕਨੈਕਟ ਨਹੀਂ ਹੋਈ। ਕਿਤੇ ਨਾ ਕਿਤੇ ਮੇਰੀ ਰੁਚੀ ਛੋਟੇ ਹੁੰਦੇ ਤੋਂ ਹੀ ਮੇਰੇ ਅੰਦਰ ਹੀ ਬਣਦੀ ਰਹੀ ਹੈ, ਜੋ ਮੈਂ ਅੱਜ ਸਾਹਮਣੇ ਲੈ ਕੇ ਆਈ ਹਾਂ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਤੁਸੀਂ ਚੁਣਿਆ, ਇਸ ਪਾਰਟੀ ਦੇ ਵਿੱਚ ਆਏ। ਹਾਲਾਂਕਿ ਹਰ ਕੋਈ ਉਸ ਪਾਰਟੀ ਦੇ ਵਿੱਚ ਜਾਣਾ ਚਾਹੁੰਦਾ ਹੈ ਜਿਹਦਾ ਸਿਤਾਰਾ ਪੂਰੀ ਤਰ੍ਹਾਂ ਚਮਕ ਰਿਹਾ ਹੋਵੇ। ਇਹ ਪਾਰਟੀ ਅਜੇ ਇੱਕ ਤਰ੍ਹਾਂ ਸਟਰਗਲ ਕਰ ਰਹੀ ਹੈ, ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਈ ਹੈ, ਅਜੇ ਸਟਰਗਲ ਚੱਲ ਰਿਹਾ ਹੈ। ਤੁਹਾਨੂੰ ਕੀ ਲੱਗਦਾ, ਕਿਹੜੀਆਂ ਚੀਜ਼ਾਂ ਦੇਖ ਕੇ ਤੁਸੀਂ ਇਸ ਪਾਰਟੀ ਨਾਲ ਜੁੜੇ ਹੋ? ਜਿਵੇਂ ਤੁਹਾਨੂੰ ਕਿਹਾ ਕਿ ਮੇਰਾ ਤਾਂ ਵਾਹੀ ਪੁਰਾਣਾ ਅਕਾਲੀ ਦਲ ਨਾਲ ਹੈ, ਤਾਂ ਇੱਥੇ ਜਿੰਨੇ ਵੀ ਲੋਕ ਬੈਠੇ ਨੇ ਸਾਰੇ ਮੇਰੇ ਤੋਂ ਬਹੁਤ ਹੀ ਬੜੀ ਉਮਰਾਂ ਦੇ ਨੇ, ਮੇਰੇ ਮਮ ਡੈਡ ਦੀ ਉਮਰਾਂ ਦੇ ਨੇ। ਸੋ ਇਹਨਾਂ ਦੀਆਂ ਕੁਰਬਾਨੀਆਂ, ਇਹਨਾਂ ਦੇ ਫੈਮਲੀਜ਼ ਨੂੰ ਦੇਖਦੇ ਹੋਏ ਜਿਹੜਾ ਇੱਕ ਯਕੀਨ ਬਣਿਆ ਹੁੰਦਾ ਉਹ ਨਹੀਂ ਟੁੱਟ ਸਕਦਾ। ਪਾਰਟੀ ਕੁਛ ਹੋ ਰਹੀ ਆ, ਉਤਰਾਅ ਚੜਾਵ ਜ਼ਰੂਰ ਆਉਂਦੇ ਰਹਿੰਦੇ ਨੇ, ਪਰ ਮੈਂ ਇਹ ਨਹੀਂ ਸੋਚ ਸਕਦੀ ਕਿ ਨਹੀਂ ਕਿ ਇਹ ਲੋਕ ਜਾਂ ਮੈਨੂੰ ਇਹਨਾਂ ਨਾਲ ਜੁੜਨਾ ਨਹੀਂ ਚਾਹੀਦਾ, ਜਾਂ ਮੇਰਾ ਇੱਕ ਟਰਸਟ ਜਿਹੜਾ ਬਣਿਆ ਹੋਇਆ ਉਹ ਟੁੱਟ ਜਾਏਗਾ। ਇਹ ਨਹੀਂ ਹੋ ਸਕਦਾ। ਕਿਸਾਨੀ ਮੁੱਦੇ ਦੀ ਗੱਲ ਕਰੀਏ ਤਾਂ ਲਗਾਤਾਰ 9 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਗਿਆ। ਕਿਸਾਨ ਲਗਾਤਾਰ ਬੈਠੇ ਹੋਏ ਨੇ ਬਾਰਡਰਾਂ 'ਤੇ, ਟਿੱਕਰੀ ਬਾਰਡਰ 'ਤੇ, ਸਿੰਘੂ ਬਾਰਡਰ 'ਤੇ। ਹੁਣ ਉਸ ਦੇ ਚਲਦਿਆਂ ਨਾਲ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਵਾਪਰ ਜਾਂਦੀ ਹੈ ਵੱਡੀ। ਸ਼ਾਂਤਮਈ ਕਿਸਾਨਾਂ ਦੇ ਉੱਪਰ, ਤੁਰੇ ਜਾਂਦਿਆਂ ਦੇ ਉੱਪਰ ਗੱਡੀ ਚੜ੍ਹਾ ਦਿੱਤੀ ਜਾਂਦੀ ਹੈ, ਕਿਸਾਨ ਕੁਚਲੇ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਹੈ, ਮੋਦੀ ਸਰਕਾਰ ਕਿਉਂ ਅੜੀ ਕਰ ਰਹੀ ਹੈ? ਕਿਹੜੇ ਕਾਰਨ ਨੇ ਉਸ ਦੀ ਅੜੀ ਦੇ? ਜੇਕਰ ਪੁਰਾਣੀ ਗੱਲ ਕੀਤੀ ਜਾਏ, ਇੱਕ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ, 9 ਮਹੀਨੇ ਉਹ ਲਹਿਰ ਚੱਲੀ ਸੀ, ਖੇਤੀ ਕਾਨੂੰਨਾਂ ਦੇ ਖਿਲਾਫ ਸੀ। ਉਸ ਸਮੇਂ ਅੰਗਰੇਜ਼ ਸਰਕਾਰ ਝੁਕ ਗਈ ਸੀ, ਪਰ ਹੁਣ ਸਰਕਾਰ ਨਹੀਂ ਝੁਕ ਰਹੀ। ਮੇਰਾ ਇਸ 'ਤੇ ਇਹੀ ਖਿਆਲ ਹੈ ਕਿ ਜਿਵੇਂ ਅੰਦਰ ਸਰਦਾਰ ਢੀਂਡਸਾ ਸਾਹਿਬ ਜੀ ਨੇ ਕਿਹਾ ਕਿ ਲਖੀਮਪੁਰ ਜਿਹੜਾ ਕਾਂਡ ਹੋਇਆ, ਉਹਨਾਂ ਨੇ ਉਹਨਾਂ 'ਤੇ ਐਪਲੀਕੇਸ਼ਨ ਵੀ ਲਿਖ ਦਿੱਤੀ ਹੈ ਕਿ ਇਹਨਾਂ ਦਾ ਜੱਥਾ ਵੀ ਗਿਆ ਸੀਗਾ। ਸੋ ਕਿਸਾਨਾਂ ਨਾਲ ਤਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਡੇ 1 ਤੋਂ ਹੀ ਹੈ, ਕਦੇ ਪਿੱਛੇ ਨਹੀਂ ਹਟੇ। ਜ਼ਰੂਰੀ ਨਹੀਂ ਕਿ ਹਰ ਖਬਰ 'ਤੇ ਜਤਾਇਆ ਗਿਆ ਕਿ ਅਸੀਂ ਉੱਥੇ ਪਹੁੰਚ ਗਏ ਹਾਂ ਜਾਂ ਅਸੀਂ ਆਹ ਵੰਡ ਦਿੱਤਾ ਗਿਆ, ਨਹੀਂ ਹੈ। ਪਰ ਮੈਂ ਮੋਦੀ ਸਰਕਾਰ ਦੀ ਅਗਰ ਗੱਲ ਕਰਾਂ ਤਾਂ ਮੈਂ ਇੱਕੋ ਹੀ ਚੀਜ਼ ਕਹਿਣਾ ਚਾਹੂੰਗੀ ਕਿ ਮੋਦੀ ਸਾਹਿਬ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਕਿ ਇੱਕ ਵਾਰੀ ਕਿਤੇ ਬੈਠ ਕੇ ਨਾ ਆਪਣੇ ਕਮਰੇ 'ਚ ਅੱਖਾਂ ਬੰਦ ਕਰਕੇ ਆਪਣੀ ਆਤਮਾ ਨੂੰ ਪੁੱਛਣ ਕਿ ਉਹ ਕੀ ਕਰ ਰਹੇ ਨੇ ਆਪਣੇ ਲੋਕਾਂ ਦੇ ਨਾਲ। ਉਹ ਆਪਣੇ ਲੋਕਾਂ ਨੂੰ ਆਰਾਮ ਦੇਣਾ ਚਾਹੁੰਦੇ ਨੇ ਜਾਂ ਉਹਨਾਂ ਤੋਂ ਰੋਟੀ ਪਾਣੀ ਸਾਰਾ ਕੁਝ ਖੋਣਾ ਚਾਹੁੰਦੇ ਨੇ? ਸ਼ਾਇਦ ਅੱਖਾਂ ਖੋਲ੍ਹ ਕੇ ਉਹਨਾਂ ਨੂੰ ਸਾਹਮਣੇ ਲਿਖਿਆ ਹੋਇਆ ਪਤਾ ਲੱਗ ਜਾਵੇ ਕਿ ਮੈਂ ਕਰ ਕੀ ਰਿਹਾ ਹਾਂ। ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਿਹੜੇ ਕੰਮ ਨੇ ਜਿਹੜੇ ਸਭ ਤੋਂ ਪਹਿਲਾਂ ਹੋਣ ਵਾਲੇ ਨੇ? ਤੁਸੀਂ ਸੋਚਦੇ ਹੋ ਕਿ ਇਹ ਹੋਣੇ ਚਾਹੀਦੇ ਨੇ? 4.5 ਸਾਲ ਬੀਤ ਕੇ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਾਗਡੋਰ ਸੀ, ਹੁਣ ਉਹ ਵਾਗਡੋਰ ਚਰਨਜੀਤ ਸਿੰਘ ਚੰਨੀ ਦੇ ਹੱਥ ਦੇ ਵਿੱਚ ਆ ਗਈ ਹੈ। ਤੁਹਾਨੂੰ ਕੀ ਲੱਗਦਾ, ਕਿਹੜੇ ਕੰਮ ਹੈ ਜਿਹੜੇ ਹੋਣ ਵਾਲੇ ਨੇ? ਅਜੇ ਤੱਕ 4.5 ਸਾਲ ਤੋਂ ਉੱਪਰ ਦਾ ਸਮਾਂ ਬੀਤ ਗਿਆ, ਕਾਂਗਰਸ ਨੇ ਨਹੀਂ ਕੀਤੇ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਸ ਵੇਲੇ ਵੀ ਨਹੀਂ ਹੋਏ। ਮੈਨੂੰ ਇੱਦਾਂ ਲੱਗਦਾ ਕਿ ਬੀਇੰਗ ਅ ਯੂਥ ਸਭ ਤੋਂ ਵੱਡਾ ਮੁੱਦਾ ਤਾਂ ਨੌਕਰੀਆਂ ਦਾ ਹੈ, ਸਭ ਤੋਂ ਜ਼ਿਆਦਾ ਮੁੱਦਾ, ਕਿਉਂਕਿ ਘਰ ਘਰ ਜੋ ਬੱਚੇ ਹੈ ਜਿਨ੍ਹਾਂ ਦਾ ਮਾਈਂਡ ਡਿਵਰਟ ਹੋ ਰਿਹਾ, ਕਿ ਜਿਨ੍ਹਾਂ ਦੀ ਸੋਚਣੀ ਸ਼ਾਇਦ ਇਹ ਹੈ ਕਿ ਇੱਥੇ ਕੁਛ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਹਰ ਕਿਸੇ ਨੂੰ ਇਹ ਸੋਚਣਾ ਚਾਹੀਦਾ ਹੈ ਸਭ ਕੁਝ ਇੱਥੇ ਹੈ, ਲੇਕਿਨ ਸਭ ਤੋਂ ਵੱਡਾ ਅਹਿਮ ਕਦਮ ਇੱਕ ਸਰਕਾਰ ਹੀ ਚੱਕ ਸਕਦੀ ਹੈ, ਕਿਉਂਕਿ ਅਸੀਂ ਸਾਰੇ ਉਹਨਾਂ ਦੇ ਮਗਰ ਹੀ ਆ, ਉਹਨਾਂ ਦੇ ਨਾਲ ਹੀ ਆ। ਠੀਕ ਹੈ, ਸਾਨੂੰ ਸਾਰਿਆਂ ਨੂੰ ਬਹੁਤ ਸਾਰੀ ਆਸਾਂ ਹੁੰਦੀਆਂ। ਤਾਂ ਬੀਇੰਗ ਅ ਯੂਥ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਨੌਕਰੀਆਂ ਦਾ ਬਹੁਤ ਹੀ ਵੱਡਾ ਮੁੱਦਾ ਹੈ, ਸਵਾਲ ਹੈ। ਦੇਖੋ ਨਿਕਲਿਆ ਆਉਂਦੀਆਂ ਨੇ, ਫਿਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਦਿੱਕਤ ਆ ਜਾਂਦੀ ਹੈ। ਜਿਹੜੇ ਵਿਚਾਰੇ ਬਿਲਕੁਲ ਹੀ ਮਿਡਿਓਕਰ ਤੋਂ ਵੀ ਨੀਚੇ ਨੇ, ਉਹਨਾਂ ਨੂੰ ਬਹੁਤ ਸਫਰ ਕਰਨਾ ਪੈਂਦਾ। ਉਹਨਾਂ ਲਈ ਕੋਈ ਸੋਲਿਊਸ਼ਨ ਨਹੀਂ ਹੈ, ਇੱਕ ਸੋਲਿਊਸ਼ਨ ਨਹੀਂ ਆ, ਔਰ ਇੱਕ ਘਰ ਘਰ ਅਵੇਅਰਨੈਸ ਨਹੀਂ ਹੈ ਕਾਫੀ ਚੀਜ਼ਾਂ ਦੀ। ਕਾਫੀ ਸਕੀਮਸ ਹੈ, ਕਾਫੀ ਐਵੇਂ ਦੀਆਂ ਨੀਤੀਆਂ ਹੁੰਦੀਆਂ ਨੇ। ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਅਸੀਂ ਗਰੁੱਪਸ ਹੈਗੇ ਆ, ਸਾਨੂੰ ਇੱਕ ਅਵੇਅਰਨੈਸ ਵੀ ਕਰਨੀ ਚਾਹੀਦੀ ਹੈ, ਕਿਉਂਕਿ ਬੀਇੰਗ ਅ ਲੇਡੀ ਅਗਰ ਇੱਕ ਔਰਤ ਨੂੰ ਜਾਣਕਾਰੀ ਹੋਏਗੀ, ਉਹਨਾਂ ਦੇ ਨਾਲ ਨਾਲ ਉਹਨਾਂ ਦੇ ਅਗਰ 2 ਬੱਚੇ 3 ਬੱਚੇ ਸਾਰਿਆਂ ਨੂੰ ਜਾਣਕਾਰੀ ਹੋਏਗੀ। ਤਾਂ ਜਿਹੜਾ ਮੁੱਦਾ ਹੈ ਉਹ ਨੌਕਰੀਆਂ ਦਾ ਮੁੱਦਾ ਹੈ, ਕਿ ਜਿਹੜਾ ਮੈਨੂੰ ਲੱਗਦਾ ਕਿ ਉਹ 'ਤੇ ਪਹਿਲਾਂ ਬਹੁਤ ਧਿਆਨ ਦੇਣਾ ਚਾਹੀਦਾ ਹੈ। ਨੌਕਰੀ ਦੇ ਮੁੱਦੇ ਦੀ ਗੱਲ ਕੀਤੀ ਹੈ, ਇਸ ਤੋਂ ਇਲਾਵਾ ਇੱਕ ਬਹੁਤ ਵੱਡਾ ਮੁੱਦਾ ਨਸ਼ੇ ਦਾ ਵੀ ਹੈ, ਉਸ ਤੋਂ ਇਲਾਵਾ ਬੇਅਦਬੀ ਦਾ ਮੁੱਦਾ ਵੀ ਹੈ। ਬੇਅਦਬੀ ਦੇ ਮੁੱਦੇ ਦੀ ਗੱਲ ਕੀਤੀ ਜਾਏ ਤਾਂ ਕੈਪਟਨ ਅਮਰਿੰਦਰ ਸਿੰਘ ਹੱਥ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਕਸਮ ਖਾਂਦੇ ਨੇ ਕਿ ਅਸੀਂ ਜਿਹੜਾ ਹੈ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਅੰਦਰ ਕਰਾਂਗੇ। ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਸ ਸਰਕਾਰ ਵੇਲੇ ਜਿਹੜਾ ਸਾਰਾ ਗੋਲੀकांड ਵਾਪਰਦਾ ਹੈ, ਚਾਹੇ ਉਹ ਕੋਟਕਪੂਰਾ ਗੋਲੀकांड, ਬਹਿਬਲ ਕਲਾਂ ਗੋਲੀकांड, ਉਸ ਦੇ ਵਿੱਚ ਸਿੱਖ ਵੀ ਸ਼ਹੀਦ ਹੁੰਦੇ ਨੇ। ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਸਭ ਤੋਂ ਵੱਡਾ ਜਿਹੜਾ ਡੈਂਟ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਪਿਆ ਜਦੋਂ ਬੇਅਦਬੀ ਕਾਂਡ ਵਾਪਰਿਆ। ਤੁਹਾਨੂੰ ਕੀ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ
ਸਿੱਖਾਂ ਨੂੰ ਜਿਹੜਾ ਇਨਸਾਫ ਦਿਵਾਉਣ ਦੇ ਵਿੱਚ ਤੁਸੀਂ ਕੋਈ ਪਹਿਲ ਕਦਮੀ ਕਰੋਗੇ? ਤੁਹਾਡੀਆਂ ਕੀ ਕੋਸ਼ਿਸ਼ਾਂ ਰਹਿਣਗੀਆਂ ਇਸ ਦੇ ਲਈ? ਤੁਹਾਡੀ ਗੱਲ ਬਿਲਕੁਲ ਸਹੀ ਹੈ। ਅਸੀਂ ਇਹਦੇ ਵਿੱਚ ਬਿਲਕੁਲ ਪਹਿਲ ਕਰਾਂਗੇ। ਇਹਦੇ ਬਾਰੇ ਅਸੀਂ ਸਾਰੇ ਬੀਬੀਆਂ ਨਾਲ, ਜਥੇਦਾਰ ਢੀਂਡਸਾ ਸਾਹਿਬ ਨਾਲ ਗੱਲ ਕਰਾਂਗੇ। ਇਹਦੇ 'ਤੇ ਆਪਾਂ ਆਪਣੇ ਲੈਵਲ 'ਤੇ ਹੱਲ ਕੀ ਕਰ ਸਕਦੇ ਹਾਂ, ਜੋ ਕਿ ਇੰਨੇ ਸਾਲਾਂ ਤੋਂ ਡਿਲੇ ਹੋਈ ਜਾ ਰਿਹਾ ਕਿਸੇ ਨਾ ਕਿਸੇ ਕਾਰਨ ਦੇ ਨਾਲ। ਇਹ 'ਤੇ ਮੈਂ ਜ਼ਿਆਦਾ ਨਹੀਂ ਗੱਲ ਕਰ ਸਕਦੀ ਕਿਉਂਕਿ ਇਹ ਮੁੱਦਾ ਬਹੁਤ ਹੀ ਜ਼ਿਆਦਾ ਬੜਾ ਹੈ ਅਤੇ ਮੈਂ ਗੱਲ ਕਿਸੇ ਨਾਲ ਡਿਸਕਸ ਕਰੇ ਬਿਨਾਂ ਮੈਂ ਤੁਹਾਨੂੰ ਨਹੀਂ ਦੱਸ ਸਕਦੀ। ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਜਿਸ ਤੋਂ ਅਲੱਗ ਹੋ ਕੇ ਪਾਰਟੀ ਬਣੀ ਹੈ, ਸੁਖਦੇਵ ਸਿੰਘ ਢੀਂਡਸਾ ਉਹਨਾਂ ਦੀ ਪਾਰਟੀ ਹੈ। ਉਹ ਪਾਰਟੀ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਬਣੀ ਸੀ। ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਜਾਏ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਏ, ਜਿਸ ਤੋਂ ਹੁਣ ਢੀਂਡਸਾ ਸਾਹਿਬ ਹੁਣੀ ਅਲੱਗ ਹੋ ਗਏ, ਜਿਸ ਪਾਰਟੀ ਨੂੰ ਤੁਸੀਂ ਜੁਆਇਨ ਕੀਤਾ ਹੈ, ਤੁਹਾਨੂੰ ਕੀ ਲੱਗਦਾ ਜਿਹੜੇ ਸੁਖਬੀਰ ਸਿੰਘ ਬਾਦਲ ਹੁਣੀ ਤੌਰ ਤਰੀਕੇ ਵਰਤ ਰਹੇ ਨੇ ਉਹ ਠੀਕ ਨੇ? ਕਿ ਉਹ ਸਿੱਖਾਂ ਨੂੰ ਉੱਪਰ ਲਿਜਾਣ ਵਾਲੇ ਨੇ? ਜਾਂ ਜੇ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਤੌਰ ਤਰੀਕੇ ਅਪਣਾ ਰਹੇ ਨੇ ਉਹ ਕੁਝ ਸਮੇਂ ਦੇ ਲਈ ਨੇ, ਉਹ ਲੰਬੇ ਸਮੇਂ ਤੱਕ ਨਹੀਂ ਜਾਣ ਵਾਲੇ। ਦੇਖੋ, ਤੁਸੀਂ ਕਿਸੇ ਨੂੰ ਕੱਟ ਕਰ ਰਹੇ ਹੋ, ਨੇੜੇ ਤੇੜੇ ਦੇ ਲੋਕਾਂ ਨੂੰ ਬੁਲਾ ਕੇ, ਜਾਂ ਫਿਰ ਇਹ ਦਿਖਾ ਰਹੇ ਹੋ ਕਿ ਰੈਲੀ ਦਾ ਰੂਪ ਲੈ ਲਿਆ। ਇਹ ਸਾਰੀਆਂ ਚੀਜ਼ਾਂ ਜੋ ਨੇ ਟੈਂਪਰੇਰੀ ਨੇ। ਦੇਖੋ, ਲੰਬੇ ਸਮੇਂ ਤੱਕ ਉਹੀ ਲੋਕ ਪਾਰਟੀ ਨੂੰ ਦੇਣਗੇ, ਯੋਗਦਾਨ ਆਪਣਾ ਉਹੀ ਦੇਣਗੇ ਜਿੱਥੇ ਉਹਨਾਂ ਨੂੰ ਯਕੀਨ ਹੋਏਗਾ। ਅਤੇ ਹੁਣ ਦੇ ਸਮਾਂ ਜੋ ਚੱਲ ਰਿਹਾ ਬੀਤੇ ਕੁਝ ਸਾਲ ਪਹਿਲਾਂ ਤੋਂ, ਤਾਂ ਸਾਰਿਆਂ ਦੀ ਇੱਕ ਤਾਂ ਅੱਖ ਖੁੱਲ੍ਹ ਚੁੱਕੀ ਆ ਕਿ ਇਹਦੇ 'ਚ ਸਾਡਾ ਕੋਈ ਬੈਨੀਫਿਟ ਨਹੀਂ ਹੋ ਰਿਹਾ। ਇਹਦੇ ਵਿੱਚ ਉਹ ਕੀ ਕਰ ਰਹੇ ਨੇ, ਆਪਣੇ ਪਰਿਵਾਰ ਨੂੰ ਹੀ ਲੈ ਕੇ ਆ ਰਹੇ ਨੇ। ਮੈਂ ਕਿਸੇ ਨੂੰ ਨਿੰਦਿਆ ਨਹੀਂ ਕਰਦੀ, ਕਿਸੇ ਨੂੰ ਮਾੜਾ ਨਹੀਂ ਕਹਿ ਰਹੀ, ਪਰ ਜੇ ਤੁਸੀਂ ਆਪਣੇ ਸੂਬੇ 'ਚ ਹੋਣਾ ਤਾਂ ਆਪਣੇ ਸੂਬੇ ਨੂੰ ਇੰਨਾ ਵੀ ਨਾ ਪਿੱਛੇ ਲੈ ਕੇ ਜਾਓ ਕਿ ਤੁਹਾਨੂੰ ਸਿਰਫ ਆਪਣਾ ਹੀ ਪਰਿਵਾਰ ਦਿਖੇ ਅਤੇ ਸੂਬੇ ਦੇ ਕੋਈ ਵੀ ਲੋਕ, ਕੋਈ ਕੁਛ ਤੁਹਾਨੂੰ ਨਜ਼ਰ ਹੀ ਨਾ ਆਉਣ। ਇਸ ਨਾਲ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਯੂਥ ਵਿੰਗ ਦੇ ਨਵੇਂ ਪ੍ਰਧਾਨ, ਇਸਤਰੀ ਵਿੰਗ ਦੇ ਨਵੇਂ ਪ੍ਰਧਾਨ ਮਹਿਕਪ੍ਰੀਤ ਕੌਰ, ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਨਿਸ਼ਾਨੇ ਸਾਧੇ ਨੇ। ਉਹ ਸ਼੍ਰੋਮਣੀ ਅਕਾਲੀ ਦਲ ਜਿਸ ਤੋਂ ਸੁਖਦੇਵ ਸਿੰਘ ਢੀਂਡਸਾ ਹੁਣੀ ਅਲੱਗ ਹੋਏ, ਨਾਲ ਇਹਨਾਂ ਨੇ ਬੇਅਦਬੀ ਦੇ ਮੁੱਦੇ 'ਤੇ ਵੀ ਗੱਲ ਕੀਤੀ ਹੈ, ਅਤੇ ਕਹਿ ਰਹੇ ਨੇ ਕਿ ਅੱਜ ਇਹਨਾਂ ਦੇ ਕੰਧਿਆਂ ਦੇ ਉੱਪਰ ਜਿਹੜੀ ਜ਼ਿੰਮੇਵਾਰੀ ਪਾਈ ਗਈ ਹੈ ਇਹ ਉਸ ਨੂੰ ਬਾਖੂਬੀ ਨਿਭਾਉਣਗੇ ਅਤੇ ਲੋਕ ਮੁੱਦਿਆਂ ਦੀ ਗੱਲ ਕਰਨਗੇ। ਕੈਮਰਾਮੈਨ ਗੁਰਦੇਵ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਮੋਹਾਲੀ।